ਇਸੇ ਗੱਲ ਕਰਕੇ ਗੁੱਸੇ 'ਚ ਆ ਗਏ ਸੀ। ਤੈਸ਼ 'ਚ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਜਦੋਂ ਫਿਰ ਸਾਡੇ ਜਾਂ ਕੱਲ ਨੂੰ ਕੋਈ ਹੋਰ ਪਾਵਰ 'ਚ ਆਇਆ ਸਾਰੇ ਅੱਗੇ ਅੱਗੇ ਹੋਣਗੇ, ਅਸੀਂ ਮਗਰ ਮਗਰ ਹੋਵਾਂਗੇ। ਹੁਣ ਵਾਹ ਲਾ ਲਈ ਪੂਰੀ ਤੇ ਫਿਰ ਮੋਰੇ ਮੋਰੇ ਤੂੰ ਹੋਵੇਂਗਾ। ਕਿਸੇ ਨੇ ਛੱਡਣਾ ਹੀ ਨਹੀਂ ਇਹਨੂੰ। ਜੋ ਇਹਦੀ ਕਰਤੂਤਾਂ ਹੈਗੀਆਂ, ਜਿਸ ਢੰਗ ਦੇ ਨਾਲ ਇਹ ਚੁਣ ਕੇ ਵਿਰੋਧੀਆਂ ਦੇ ਉੱਤੇ ਪਰਚੇ ਦਰਜ ਕਰ ਰਿਹਾ, ਔਰਤਾਂ ਨੂੰ ਇੰਪਲੀਕੇਟ ਕਰ ਰਿਹਾ, ਜਿਹਦੀ ਵੀ ਸਰਕਾਰ ਬਣ ਗਈ, ਭਗਵੰਤ ਮਾਨ ਨੂੰ ਇਹਦਾ ਹਸ਼ਰ ਉਹੀ ਹੋਊਗਾ ਜਿਹੜਾ ਦੂਜਿਆਂ ਨਾਲ ਕਰ ਰਿਹਾ। ਅਫਸਰ ਚੁਣਿਆ ਵਾ ਜਲੰਧਰ ਮੇਰੇ ਖਿਲਾਫ DIG ਸਵਪਨ ਸ਼ਰਮਾ, ਜਿਹਦਾ ਆਪਣਾ ਟਰੈਕ ਰਿਕਾਰਡ ਬਦਨਾਮ ਆ। ਉਹਦੇ ਤੇ ਕਈ ਤਰ੍ਹਾਂ ਦੇ ਤੱਬੇ ਨੇ, ਕਈ ਤਰ੍ਹਾਂ ਦੀ ਕੰਪਲੇਂਟਸ ਆ। 51 ਸਾਲ ਦਾ ਰਿਕਾਰਡ ਕੱਢ ਕੇ ਮੇਰੀ ਭੈਣ ਦੇ ਖਿਲਾਫ, ਅਗਰ ਮੈਂ ਸਵਪਨ ਨੂੰ ਤੇ ਉਹ ਮੁੰਡੇ DSP ਨੂੰ ਪੁੱਛਣਾ ਜੇ ਤੁਹਾਡੀ ਭੈਣ ਦੇ ਖਿਲਾਫ ਅਸੀਂ ਪਰਚਾ ਦਰਜ ਕਰਾਈਏ ਕੱਲ ਨੂੰ, ਝੱਲ ਲਓਗੇ? ਅਸੀਂ ਤਾਂ ਝੱਲ ਜਾਾਂਗੇ, ਤੁਹਾਡੇ ਤੋਂ ਝੱਲ ਨਹੀਂ ਹੋਣਾ। ਜਿੰਨੀ ਤੇਰੇ 'ਚ ਹੁਣ ਵਾਹ ਹੈ ਲਾ ਲਈ। ਮੁੜ ਕੇ ਨਾ ਕਹੀਂ ਕਿ ਮੇਰੇ ਕੋਲ ਸੱਤਾ ਰਹੀ ਤੇ ਮੈਂ ਖੈਰੇ ਨੂੰ ਜੇਲ੍ਹ ਨਹੀਂ ਭੇਜ ਸਕਿਆ। ਅਸੀਂ ਜੇਲ੍ਹ ਜਾਣ ਤੋਂ ਡਰਦੇ ਨਹੀਂ, ਜੇਲ੍ਹਾਂ ਬੰਦਿਆਂ ਵਾਸਤੇ ਬਣੀਆਂ। ਪੁਰਾਣੇ ਸਾਥੀ ਰਹੇ ਹੋ CM ਸਾਹਿਬ ਦੇ, ਇਕੱਠਿਆਂ ਨੇ ਕੰਮ ਵੀ ਕੀਤਾ। ਤੁਹਾਨੂੰ ਇਹ ਨਹੀਂ ਲੱਗਦਾ ਕਿ ਕਿਤੇ ਇਹ ਨਾ ਹੋਵੇ ਕਿ ਬਾਹਰੋਂ ਕੋਈ ਹੋਰ ਤਮਾਸ਼ਾ ਦੇਖ ਰਿਹਾ ਹੋਵੇ ਤੇ ਤੁਹਾਨੂੰ ਆਪਸ ਦੇ ਵਿੱਚ ਇੰਨਾ ਕੁ ਉਲਝਾ ਲਿਆ ਕਿ ਇੱਕ ਦੂਜੇ ਦੇ ਖਿਲਾਫ ਹੀ ਬੋਲੀ ਚੱਲੋ ਬੱਚੇ? ਇਹ ਤਾਂ ਫਿਰ ਭਗਵੰਤ ਮਾਨ ਨੂੰ ਅਕਲ ਚਾਹੀਦੀ ਆ। ਆਮ ਆਦਮੀ ਪਾਰਟੀ ਦਾ ਇੱਕ ਹੋਰ ਕੈਬਨਿਟ ਮਿਨਿਸਟਰ ਨਿਸ਼ਾਨੇ ਦੇ ਉੱਤੇ ਆ ਗਿਆ। ਉਹ ਮਿਨਿਸਟਰ ਕੌਣ ਹੈ? ਉਹ ਸ਼ਿਕਾਇਤ ਕੀ ਖਿਲਾਫ ਹੋਈ ਹੈ? ਇਸ ਵਾਰੀ ਆਮ ਆਦਮੀ ਪਾਰਟੀ ਦਾ ਕਿਹੜਾ ਮਿਨਿਸਟਰ, ਉਸਨੇ ਇਹੋ ਜਿਹੀ ਕਿਹੜੀ ਗੜਬੜ ਕੀਤੀ ਕਿ ਤੁਹਾਨੂੰ ਸ਼ਿਕਾਇਤ ਕਰਨੀ ਪਈ ਲੋਕਪਾਲ? ਉਹ ਇਹਨਾਂ ਦੀ ਕਰਤੂਤਾਂ ਹੀ ਇਸ ਤਰ੍ਹਾਂ ਦੀਆਂ ਨੇ। ਇਹ ਪੰਜਾਬ ਦਾ ਇੱਕ ਕੈਬਨਿਟ ਮਿਨਿਸਟਰ ਅਕਿਊਜ਼ਡ ਮਿਨਿਸਟਰ ਨੂੰ ਸ਼ੋ ਕਾਜ਼ ਨੋਟਿਸ ਇਸ਼ੂ ਕਰ ਦਿੱਤਾ। ਜਿਹੜੀ ਕੰਪਲੇਂਟ ਕੀਤੀ ਹੈ ਉਹਦੇ ਤੱਥ ਜਿਹੜੇ ਨੇ ਉਹ ਪਬਲਿਕ ਡੋਮੇਨ 'ਚ ਸ਼ੇਅਰ ਨਹੀਂ ਕਰ ਸਕਦੇ। ਪਰ ਮੈਂ ਕਹੂੰਗਾ ਕਿ ਇਹ ਇਸ ਲਈ ਅਸੀਂ ਕੀਤਾ ਲੋਕਪਾਲ ਨੂੰ ਕਿ ਭਗਵੰਤ ਮਾਨ ਤੇ ਕੇਜਰੀਵਾਲ ਦਾ ਇਮਤਿਹਾਨ ਹੈ ਹੁਣ। ਕੀ ਭਗਵੰਤ ਮਾਨ ਆਪਣੇ ਮਿਨਿਸਟਰ ਦੇ ਖਿਲਾਫ ਐਕਸ਼ਨ ਲੈਂਦਾ? ਇਹ ਵੱਡਾ ਜੁਰਮ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਐਕਸ਼ਨ ਲੈਣਾ ਹੀ ਚਾਹੀਦਾ ਕੈਬਨਿਟ 'ਚ ਬਾਹਰ। ਕੀ ਇੱਕ ਬਤੌਰ ਮਿਨਿਸਟਰ ਬਣ ਕੇ ਤੁਸੀਂ ਕਿਸੇ ਤਰ੍ਹਾਂ ਦੀ ਮਿਸਕੰਡਕਟ ਵਿੱਚ ਇੰਡਲਜ ਕਰ ਸਕਦੇ ਹੋ? ਕਿ ਮੈਂ ਜਿਹੜੀ ਸਬੂਤ ਲੈ ਕੇ ਚਲੇ ਜਾਵਾਂ ਉਹਦੇ ਤੇ ਐਕਸ਼ਨ ਨਹੀਂ ਹੁੰਦਾ ਤੇ ਮੇਰੇ ਖਿਲਾਫ ਸਬੂਤ ਵੀ ਨਹੀਂ ਹੁੰਦੇ, ਹੋਰ ਹੀ ਗਰਾਊਂਡ ਤਿਆਰ ਕਰਕੇ ਅੱਧੀ ਰਾਤ ਨੂੰ ਵੀ FIR ਦਰਜ ਹੋ ਜਾਂਦੀ ਹੈ। ਕਿਉਂ ਆ? ਤੁਹਾਡੇ ਸਾਹਮਣੇ ਹੀ ਆ। ਸਰਬਜੀਤ ਕੌਰ ਮਾਣੂਕੇ ਤੇ ਕਟਾਰੂ ਚੱਕ ਦੇ ਖਿਲਾਫ ਕਿੰਨੀਆਂ ਵੀਡੀਓ ਸੀਗੀਆਂ। ਵਾਹਿਯਾਤ ਤੇ ਏਡੀ ਝੂਠੀ, ਏਡੀ ਮਨ ਘੜਤ ਬਦਲਾਖੋਰੀ ਦੀ ਇਹਦੇ 'ਚ ਬੂ ਆ ਰਹੀ ਆ। 51 ਸਾਲ ਪੁਰਾਣਾ ਮੇਰੇ ਪਰਿਵਾਰ ਦਾ ਰਿਕਾਰਡ ਕੱਢ ਲਿਆ। 51 ਇਅਰਸ, ਜਦੋਂ ਮੇਰੀ ਉਮਰ 6-7 ਸਾਲ ਸੀ। ਮੇਰੇ ਸਕੀ ਭੈਣ ਜੀ ਨੇ 72 ਸਾਲ ਦੇ ਸੀਨੀਅਰ ਸਿਟੀਜ਼ਨ ਆ, ਉਹਨਾਂ ਨੂੰ ਵੀ ਨੋਮੀਨੇਟ ਕਰਤਾ। ਮੇਰੇ ਪਿਤਾ ਜੀ ਅੱਜ ਨਹੀਂ ਗਏ ਦੁਨੀਆ ਦੇ ਵਿੱਚ, ਉਹਨਾਂ ਨੂੰ ਵੀ ਨੋਮੀਨੇਟ ਕਰਤਾ। ਇਹਨੂੰ ਕੋਈ ਸ਼ਰਮ ਹੈ? ਔਰ ਮੈਨੂੰ ਦੁੱਖ ਇਸ ਗੱਲ ਦਾ ਹੋਇਆ, ਮੈਨੂੰ ਆਪਣਾ ਦੁੱਖ ਕੋਈ ਨਹੀਂ ਮਿਲਦਾ ਤਾਂ 13ਵੀਂ FIR ਕੀਤੀ, ਤੀਜੀ ਦਾ ਇਹਨਾਂ ਨੇ ਕੀਤੀ ਆ। ਇੰਨਾ ਗਿਰ ਚੁੱਕਾ ਭਗਵੰਤ ਮਾਨ ਕਿ ਔਰਤਾਂ ਨੂੰ ਵੀ ਸਪੇਅਰ ਨਹੀਂ ਕਰ ਰਿਹਾ। ਆਮ ਆਦਮੀ ਪਾਰਟੀ ਦਾ ਇੱਕ ਹੋਰ ਕੈਬਨਿਟ ਮਿਨਿਸਟਰ ਨਿਸ਼ਾਨੇ ਦੇ ਉੱਤੇ ਆ ਗਿਆ। ਵਿਰੋਧੀ ਧਿਰ ਦੇ ਆਗੂ, ਕਾਂਗਰਸ ਦੇ ਵਿਧਾਇਕ ਜਦੋਂ ਵੀ ਕੋਈ ਮੁੱਦਾ ਲੈ ਕੇ ਆਉਂਦੇ ਨੇ ਤੇ ਉਸ ਤੋਂ ਬਾਅਦ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਹੁਣ ਵਿਪਤਾ ਇੱਕ ਹੋਰ ਖੜੀ ਹੋਈ ਹੈ। ਉਹ ਮਿਨਿਸਟਰ ਕੌਣ ਹੈ? ਉਹ ਸ਼ਿਕਾਇਤ ਕੀ ਖਿਲਾਫ ਹੋਈ ਹੈ? ਔਰ ਸੁਖਪਾਲ ਸਿੰਘ ਖਹਿਰਾ ਦੇ ਉੱਤੇ, ਜਿਹੜੇ ਕਿ ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਨੇ, ਉਹਨਾਂ ਦੇ ਖਿਲਾਫ ਇਸ ਸਰਕਾਰ ਦੇ ਦੌਰਾਨ ਤੀਜੀ FIR ਦਰਜ ਹੁੰਦੀ ਹੈ। ਇਸ ਦਾ ਪਿਛੋਕੜ ਕੀ ਹੈ? ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਬਹੁਤ ਗੱਲਾਂ ਕਹੀਆਂ। ਉਹ ਸਾਡੇ ਨਾਲ ਖੁਦ ਹਾਜ਼ਰ ਨੇ, ਉਹਨਾਂ ਨਾਲ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਕਿ ਆਖਰਕਾਰ ਮਸਲੇ ਕੀ ਹੈ। ਵੈਸੇ ਤਾਂ ਤੁਸੀਂ ਪਹਿਲਾਂ ਹੀ ਕਈ ਕੈਬਨਿਟ ਮਿਨਿਸਟਰਾਂ ਨੂੰ ਵਿਪਤਾ ਪਾ ਚੁੱਕੇ ਹੋ ਤੇ ਉਹ ਇਹੋ ਜਿਹੇ ਘਿਰੇ ਆ ਕਿ ਉਹਨਾਂ ਨੂੰ ਕੋਈ ਗੱਲ ਹੋ ਜੇ ਉਹਨਾਂ ਨੂੰ ਘੇਰ ਲੈਂਦੇ ਆ। ਇਸ ਵਾਰੀ ਆਮ ਆਦਮੀ ਪਾਰਟੀ ਦਾ ਕਿਹੜਾ ਮਿਨਿਸਟਰ, ਉਸਨੇ ਇਹੋ ਜਿਹੀ ਕਿਹੜੀ ਗੜਬੜ ਕੀਤੀ ਕਿ ਤੁਹਾਨੂੰ ਸ਼ਿਕਾਇਤ ਕਰਨੀ ਪਈ ਲੋਕਪਾਲ? ਦੇਖੋ, ਇਹਨਾਂ ਦੀ ਕਰਤੂਤਾਂ ਹੀ ਇਸ ਤਰ੍ਹਾਂ ਦੀਆਂ ਨੇ ਕਿ ਇਹਨਾਂ ਦੇ ਖਿਲਾਫ ਇਲਜ਼ਾਮ ਹੀ ਇਸ ਤਰ੍ਹਾਂ ਦੇ ਆ ਰਹੇ ਨੇ। ਅੱਜ ਅਸੀਂ ਲੋਕਪਾਲ ਪੰਜਾਬ ਜਿਹੜੇ ਜਸਟਿਸ ਰਿਟਾਇਰਡ ਵਿਨੋਦ ਸ਼ਰਮਾ ਜੀ ਨੇ, ਉਹਨਾਂ ਨੂੰ ਇੱਕ ਬੜੀ ਪੁਖਤਾ ਸਬੂਤਾਂ ਦੇ ਸਮੇਤ ਸਰਕਾਰੀ ਰਿਪੋਰਟਾਂ ਦੇ ਆਧਾਰਿਤ ਇੱਕ ਸ਼ਿਕਾਇਤ ਕਰਕੇ ਆਏ ਆ ਕਿ ਪੰਜਾਬ ਦਾ ਇੱਕ ਕੈਬਨਿਟ ਮਿਨਿਸਟਰ ਉਹਦੇ ਖਿਲਾਫ ਸ਼ਿਕਾਇਤ ਨੇ, ਉਹ ਅਵਗਿਆ ਕਰ ਰਿਹਾ, ਮਿਸਕੰਡਕਟ ਆ, ਕੰਟੀਨਿਊਇੰਗ ਆਫੈਂਸ ਵਿੱਚ ਉਹ ਇੰਡਲਜ ਕਰ ਰਿਹਾ ਵਾ। ਇਹਦੇ ਖਿਲਾਫ ਤੁਰੰਤ ਐਕਸ਼ਨ ਲਿਆ ਜਾਵੇ। ਔਰ ਜੱਜ ਸਾਹਿਬ ਨੇ ਸਾਡੀ ਗੱਲ ਸੁਣਨ ਤੋਂ ਉਪਰੰਤ ਉਹਨਾਂ ਨੇ 29 ਸਪਟੈਂਬਰ ਲਈ ਉਸ ਅਕਿਊਜ਼ਡ ਮਿਨਿਸਟਰ ਨੂੰ ਸ਼ੋ ਕਾਜ਼ ਨੋਟਿਸ ਇਸ਼ੂ ਕਰ ਦਿੱਤਾ। ਪਰੰਤੂ ਲੋਕਪਾਲ ਦਾ ਐਕਟ ਜਿਹੜਾ ਵਾ ਉਹਦਾ ਸੈਕਸ਼ਨ 19 ਆ, ਲੋਕਪਾਲ ਐਕਟ 1996 ਦਾ, ਕਿ ਅਸੀਂ ਜਿਹੜੀ ਕੰਪਲੇਂਟ ਕੀਤੀ ਆ ਉਹਦੇ ਤੱਥ ਜਿਹੜੇ ਨੇ ਉਹ ਪਬਲਿਕ ਡੋਮੇਨ 'ਚ ਸ਼ੇਅਰ ਨਹੀਂ ਕਰ ਸਕਦੇ। ਪਰ ਮੈਂ ਕਹੂੰਗਾ ਕਿ ਇਹ ਇਸ ਲਈ ਅਸੀਂ ਕੀਤਾ ਲੋਕਪਾਲ ਨੂੰ ਕਿ ਭਗਵੰਤ ਮਾਨ ਤੇ ਕੇਜਰੀਵਾਲ ਦਾ ਇਮਤਿਹਾਨ ਆ ਹੁਣ। ਜਿਹੜੇ ਕੋਠਿਆਂ ਤੇ ਚੜ੍ਹ ਕੇ ਮੰਗਦੇ ਸੀ ਲੋਕਪਾਲ, ਲੋਕ ਆਯੁਕਤ ਦਿੱਲੀ ਦੇ ਅੰਦੋਲਨ ਵਿੱਚ, ਤੇ 18 ਮਹੀਨੇ ਹੋ ਗਏ ਇਹਨਾਂ ਨੇ ਇਸ ਪੰਜਾਬ ਦੇ ਲੋਕਪਾਲ ਦਾ ਕੋਈ ਨਵਾਂ ਕਾਨੂੰਨ ਨਹੀਂ ਬਣਾਇਆ। ਕਰਨਾਟਕਾ ਦੀ ਸਰਕਾਰ ਵਿੱਚ ਲੋਕ ਆਯੁਕਤ ਆ, ਜਿਹੜਾ ਲੋਕ ਆਯੁਕਤ ਹੁੰਦਾ ਉਹ ਅਗਰ ਉਹਨੂੰ ਲੱਗੇ ਕਿ ਫਲਾਣੇ ਮਿਨਿਸਟਰ ਨੇ ਬਹੁਤ ਗੰਭੀਰ ਅਵਗਿਆ ਕੀਤੀ ਆ, ਉਹ ਮਿਨਿਸਟਰ ਨੂੰ ਕੈਬਨਿਟ 'ਚੋਂ ਕੱਢ ਸਕਦਾ। ਉਹਦੇ ਕੋਲ ਇਹ ਅਧਿਕਾਰ ਹੈ ਕਿ ਅਗਰ ਕਿਸੇ ਅਫਸਰ ਨੇ, ਇੰਕਲੂਡਿੰਗ ਚੀਫ ਸੈਕਟਰੀ ਆਫ ਦ ਸਟੇਟ, ਅਗਰ ਕੋਈ ਉਹ ਗਲਤ ਐਕਟ ਵਿੱਚ ਫੜਿਆ ਜਾਂਦਾ ਵਾ, ਉਹਨੂੰ ਉਹ ਸਸਪੈਂਡ ਕਰ ਸਕਦਾ। ਔਰ ਸਾਰੀ ਅਫਸਰਸ਼ਾਹੀ ਇੰਕਲੂਡਿੰਗ IPS
ਇਨਕਲੂਡਿੰਗ PCS, ਇਨਕਲੂਡਿੰਗ PPS, ਸਾਰੇ ਅਫਸਰ ਉਸ ਲੋਕ ਆਯੁਕਤ ਦੇ ਥੱਲੇ ਹੋਣੇ ਚਾਹੀਦੇ। ਇਹੀ ਅੰਦੋਲਨ ਦਿੱਲੀ 'ਚ ਕੀਤਾ ਸੀ ਇਹਨਾਂ ਨੇ, ਲੇਕਿਨ ਇਹਨਾਂ ਨੇ ਕੁਝ ਨਹੀਂ ਕੀਤਾ। ਅਸੀਂ ਇੱਕ ਇਮਤਿਹਾਨ ਦਿਖਾਉਣਾ ਚਾਹੁੰਦੇ ਲੋਕਾਂ ਨੂੰ ਕਿ ਆਹ ਲੋਕਪਾਲ ਹੈ, ਆਹ ਸਾਡੀ ਸ਼ਿਕਾਇਤ ਹੈ। ਕੀ ਭਗਵੰਤ ਮਾਨ ਆਪਣੇ ਮਿਨਿਸਟਰ ਦੇ ਖਿਲਾਫ ਐਕਸ਼ਨ ਲੈਂਦਾ? ਕਿਉਂਕਿ ਜੇ ਹੁਣ ਮੰਤਰੀ ਬਣਿਆ ਰਹਿੰਦਾ ਉਹ ਤਾਂ ਕਟਾਰੂ ਚੱਕ ਵਾਂਗੂ ਬਾਹਾਂ ਮਰੋੜ ਕੇ ਉਹ ਜਿੱਦਾਂ ਮੁੰਡੇ ਨੂੰ ਉਹਨਾਂ ਨੇ ਕੰਪਲੇਂਟ ਵਾਪਸ ਕਰਾ ਲਈ, ਉਹ ਸਾਰੀਆਂ ਰਿਪੋਰਟਾਂ ਬਦਲਾਉਣਗੇ, ਉਹ ਸਾਰੇ ਅਫਸਰਾਂ ਨੂੰ ਡਰਾਉਣਗੇ, ਧਮਕਾਉਣਗੇ, ਉਹਨਾਂ ਦੀਆਂ ਬਾਹਾਂ ਮਰੋੜਨਗੇ ਜਾਂ ਉਹਨਾਂ ਨੂੰ ਕੋਈ ਲਾਲਚ ਦੇਣਗੇ। ਇਸ ਕਰਕੇ ਜਦ ਤੱਕ ਇਹ ਲੋਕਪਾਲ ਦੀ ਇਨਕੁਆਇਰੀ ਚੱਲਦੀ ਆ, ਭਗਵੰਤ ਮਾਨ ਨੂੰ ਉਹਨੂੰ ਆਪਣੀ ਕੈਬਨਿਟ ਚੋਂ ਕੱਢਣਾ ਚਾਹੀਦਾ। ਇਹ ਐਡਾ ਵੱਡਾ ਜੁਰਮ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਐਕਸ਼ਨ ਲੈਣਾ ਹੀ ਚਾਹੀਦਾ, ਕੈਬਨਿਟ ਚੋਂ ਬਾਹਰ ਕਰਨਾ। ਇਹ ਜਿਹੜਾ ਜੁਰਮ ਹੈਗਾ ਵਾ, ਇਹ ਇਟਸ ਅ ਮੈਟਰ ਆਫ ਡਾਕੂਮੈਂਟਡ ਪ੍ਰੂਫ। ਹੁਣ ਸਵਾਲ ਇਹ ਹੁੰਦਾ ਵਾ ਕਿ ਜਦੋਂ ਕੋਈ ਬੰਦਾ ਮਿਨਿਸਟਰ ਦੀ ਪੋਜੀਸ਼ਨ ਵਿੱਚ ਹੈ, ਉਹ ਜੁਰਮ ਵੱਡਾ ਕਰਦਾ ਜਾਂ ਛੋਟਾ ਕਰਦਾ। ਗੱਲ ਹੈਗੀ ਕਿ ਕੀ ਇੱਕ ਬਤੌਰ ਮਿਨਿਸਟਰ ਬਣ ਕੇ ਤੁਸੀਂ ਕਿਸੇ ਤਰ੍ਹਾਂ ਦੀ ਮਿਸਕੰਡਕਟ ਵਿੱਚ ਇੰਡਲਜ ਕਰ ਸਕਦੇ ਹੋ। ਗੱਲ ਕਾਨੂੰਨ ਦੀ ਉਸ ਅਵਗਿਆ ਦੀ ਵੋਲਿਊਮ ਦੀ ਨਹੀਂ ਗੀ, ਗੱਲ ਉਹਦੇ ਕਿਰਦਾਰ ਦੀ ਆ। ਇਸ ਕਰਕੇ ਅਸੀਂ ਦੇਖਣਾ ਹੋਊਗਾ ਕਿ ਕੀ ਭਗਵੰਤ ਮਾਨ ਨੂੰ ਆਪਣੇ ਵਜ਼ਾਰਤ ਚੋਂ ਕੱਢਦਾ ਕਿ ਨਹੀਂ ਕੱਢਦਾ। ਜੀ, ਇੱਕ ਨਾਲ ਤੁਸੀਂ ਇਹ ਵੀ ਜ਼ਿਕਰ ਕੀਤਾ ਕਿ ਮੈਂ ਜਿਹੜੀ ਸਬੂਤ ਲੈ ਕੇ ਚਲੇ ਜਾਵਾਂ ਉਹਦੇ ਤੇ ਐਕਸ਼ਨ ਨਹੀਂ ਹੁੰਦਾ, ਤੇ ਮੇਰੇ ਖਿਲਾਫ ਸਬੂਤ ਵੀ ਨਹੀਂ ਹੁੰਦੇ, ਹੋਰ ਹੀ ਗਰਾਊਂਡ ਤਿਆਰ ਕਰਕੇ ਅੱਧੀ ਰਾਤ ਨੂੰ ਵੀ FIR ਦਰਜ ਹੋ ਜਾਂਦੀ ਹੈ। ਕਿਉਂ ਆ? ਤੁਹਾਡੇ ਸਾਹਮਣੇ ਹੀ ਆ, ਅਸੀਂ ਕਿੰਨੇ ਇਸ਼ੂਜ਼ ਉਠਾਏ। ਸਰਬਜੀਤ ਕੌਰ ਮਾਣੂਕੇ ਜੀ, ਉਹਦੇ ਖਿਲਾਫ ਚਾਬੀਆਂ ਦਾ ਵਾਪਸ ਕਰਾਤੀਆਂ ਡਰਦਿਆਂ ਨੇ, ਲੇਕਿਨ ਕਰਮ ਸਿੰਘ ਤੇ ਸਰਬਜੀਤ ਕੌਰ ਤੇ ਮਾਣੂਕੇ ਤੇ ਕੋਈ FIR ਨਹੀਂ ਗਈ। ਔਰ FIR ਕਿੱਥੋਂ ਕਰਾਈ? ਜਿਹੜਾ ਆਪ ਠੱਗ ਗਿਆ ਕਰਮ ਸਿੰਘ, ਉਹਦੇ ਕੋਲ ਕੰਪਲੇਂਟ ਲੈ ਕੇ ਅਸ਼ੋਕ ਕੁਮਾਰ ਜੀ ਨੇ ਜਾਲੀ ਅਟਾਰਨੀ ਬਣਾਈ ਸੀ ਬਸ। ਤੇ ਕਟਾਰੂ ਚੱਕ ਦੇ ਖਿਲਾਫ ਕਿੰਨੀਆਂ ਵੀਡੀਓ ਸੀਗੀਆਂ। ਇਹਨਾਂ ਨੇ SIT ਬਣਾਈ ਕਾਹਦੇ ਲਈ ਸੀ? ਉਹ ਮੁੰਡੇ ਨੂੰ ਧਮਕਾਉਣ ਲਈ, ਲੱਭਣ ਲਈ, ਫੜਨ ਲਈ, ਬੰਦੀ ਬਣਾ ਕੇ ਉਤੋਂ ਕੰਪਲੇਂਟ ਵਾਪਸ ਲੈ ਲਈ। ਭਗਵੰਤ ਮਾਨ ਡਜ਼ਨਟ ਨੋ ਕਿ ਕੰਪਲੇਂਟ ਵਾਪਸ ਹੋਣ ਨਾਲ ਗੁਨਾਹ ਖਤਮ ਨਹੀਂ ਹੁੰਦਾ, ਕ੍ਰਾਈਮ। ਫਿਰ ਇਹਨਾਂ ਨੇ ਹੋਰ ਬਥੇਰੇ ਇਹਨਾਂ ਦੇ MLAs, ਮਿਨਿਸਟਰਸ ਦੇ ਖਿਲਾਫ ਕੋਈ ਕਾਰਵਾਈ ਨਹੀਂ। ਤੇ ਜਦੋਂ ਆਪੋਜੀਸ਼ਨ ਹੈ ਮੇਰੇ ਖਿਲਾਫ, ਤਾਂ ਤੁਸੀਂ ਦੇਖੋਗੇ ਜਿਹੜੀ ਲੇਟੈਸਟ FIR ਹੈ ਤਾਂ ਏਡੀ ਵਾਹਿਯਾਤ ਤੇ ਏਡੀ ਝੂਠੀ, ਏਡੀ ਮਨ ਘੜਤ ਬਦਲਾਖੋਰੀ ਦੀ ਇਹਦੇ ਚੋਂ ਬੂ ਆ ਰਹੀ ਆ। 51 ਸਾਲ ਪੁਰਾਣਾ ਮੇਰੇ ਪਰਿਵਾਰ ਦਾ ਰਿਕਾਰਡ ਕੱਢ ਲਿਆ, 51 ਇਅਰਸ, ਜਦੋਂ ਮੇਰੀ ਉਮਰ 6-7 ਸਾਲ ਸੀਗੀ। ਉਹ FIR ਇਹਨਾਂ ਨੇ ਪਹਿਲਾਂ ਇੱਕ ਸਟੋਰੀ ਬਣਾਈ ਕਿ ਇਹਨਾਂ ਨੇ ਜੀ ਤਬਾਦਲੇ ਕੀਤੇ ਆਪਣੀ ਸਕੀ ਭੈਣ ਨਾਲ, ਮੇਰੇ ਭੂਆ ਜੀ ਦੇ ਬੇਟੇ ਨਾਲ, ਮੇਰੀ ਦਾਦੀ ਜੀ ਦੇ ਨਾਲ, ਤੇ ਉਹ ਉਸ ਨੂੰ ਆਧਾਰ ਬਣਾ ਕੇ ਹੁਣ 22 ਜੁਲਾਈ ਨੂੰ ਉਹਦੇ 'ਚ ਮੈਨੂੰ ਨਾਮਜ਼ਦ ਕਰਤਾ। ਮੇਰੇ ਸਕੀ ਭੈਣ ਜੀ ਨੇ 72 ਸਾਲ ਦੇ ਸੀਨੀਅਰ ਸਿਟੀਜ਼ਨ ਆ, ਔਰ ਉਹਨਾਂ ਦੇ ਹਸਬੈਂਡ ਨੇਵੀ 'ਚੋਂ ਕੈਪਟਨ ਰਿਟਾਇਰ ਹੋਏ ਨੇ, ਉਹਨਾਂ ਨੂੰ ਵੀ ਉਹ ਨੋਮੀਨੇਟ ਕਰਤਾ। ਮੇਰੇ ਪਿਤਾ ਜੀ ਅੱਜ ਨਹੀਂ ਗਏ ਦੁਨੀਆ ਦੇ ਵਿੱਚ, ਉਹਨਾਂ ਨੂੰ ਵੀ ਨੋਮੀਨੇਟ ਕਰਤਾ। ਇਹਨੂੰ ਕੋਈ ਸ਼ਰਮ ਹੈ? ਔਰ ਮੈਨੂੰ ਦੁੱਖ ਇਸ ਗੱਲ ਦਾ ਹੋਇਆ, ਮੈਨੂੰ ਆਪਣਾ ਦੁੱਖ ਕੋਈ ਨਹੀਂ ਮਿਲਦਾ। ਤਾਂ 13ਵੀਂ FIR ਕੀਤੀ, ਤੀਜੀ ਦਾ ਇਹਨਾਂ ਨੇ ਕੀਤੀ ਆ। ਮੈਨੂੰ ਇਹਦਾ ਕੋਈ ਡਰ ਨਹੀਂਗਾ। ਲੇਕਿਨ ਜੇ ਇਹ ਇੰਨਾ ਗਿਰ ਚੁੱਕਾ ਭਗਵੰਤ ਮਾਨ ਕਿ ਔਰਤਾਂ ਨੂੰ ਵੀ ਸਪੇਅਰ ਨਹੀਂ ਕਰ ਰਿਹਾ। ਔਰ ਮੇਰੇ ਜਿਹੜੇ ਸਿਸਟਰ ਨੇ ਉਹ 72 ਸਾਲ ਦੇ ਨੇ। ਤਾਂ ਕਰਕੇ ਮੈਂ ਅੱਜ ਇਹ ਪੁੱਛਿਆ ਇਹਨੂੰ ਕਿ ਜਿਹੜਾ ਇਲੈਕਸ਼ਨ ਐਫੀਡੇਵਿਟ ਕੱਢਿਆ ਮੈਂ ਭਗਵੰਤ ਮਾਨ ਦਾ ਮੇਰੇ ਕੋਲ ਆ, ਉਹਦੇ 'ਚ ਇਹਨੂੰ ਮੈਂ ਦੇਖੀ ਇਹਨਾਂ ਨੇ ਸੋਨਾ ਕਿੰਨਾ ਡਿਕਲੇਅਰ ਕੀਤਾ ਸੀਗਾ। ਇਹਨਾਂ ਨੇ ਸੋਨਾ ਡਿਕਲੇਅਰ ਕੀਤਾ ਵਾ 9 ਤੋਲੇ, ਉਹਦੀ ਕੁੱਲ ਕੀਮਤ ਲਿਖੀ ਆ 5 ਲੱਖ ਰੁਪਈਆ। ਪਾਵਰ 'ਚ ਹੁੰਦਾ ਤੋਹਫੇ ਵੀ ਤਾਂ ਆਉਂਦੀ ਹੈ। ਨਹੀਂ, ਉਹ ਫਿਰ ਇਹੀ ਤਾਂ ਐਗਜ਼ੈਕਟਲੀ ਦੱਸਣਾ ਵਾ ਕਿ ਉਹ ਸੋਰਸ ਦੱਸੇ ਕਿ ਕਿੱਥੋਂ ਆਇਆ ਸੋਨਾ, ਉਹ ਦੱਸੇ ਸੋਰਸ ਕਿੱਥੇ। ਕੀ ਵਿਜੀਲੈਂਸ ਵਿੱਚ ਜਾਨ ਹੈ ਕਿ ਇਹਨਾਂ ਦੀ ਵੀ ਇਨਕੁਆਇਰੀ ਕਰੂਗੇ, ਇਕੱਲਾ ਵਿਰੋਧੀਆਂ ਦੀਆਂ ਔਰਤਾਂ ਨੂੰ ਤੇ ਉਹਨਾਂ ਨੂੰ ਇੰਪਲੀਕੇਟ ਕਰਕੇ ਝੂਠੇ ਮੁਕੱਦਮੇ ਕਰੂਗੀ। ਤੁਸੀਂ ਕੀ ਇਸੇ ਗੱਲ ਕਰਕੇ ਗੁੱਸੇ 'ਚ ਆ ਗਏ ਸੀ ਤੈਸ਼ 'ਚ, ਪ੍ਰੈਸ ਕਾਨਫਰੰਸ 'ਚ ਕਿਹਾ ਕਿ ਜਦੋਂ ਫਿਰ ਸਾਡੇ ਜਾਂ ਕੱਲ ਨੂੰ ਕੋਈ ਹੋਰ ਪਾਵਰ 'ਚ ਆਇਆ, ਸਾਰੇ ਅੱਗੇ ਹੋਣਗੇ, ਅਸੀਂ ਮਗਰ ਹੋਵਾਂਗੇ? ਚਲੋ ਮੇਰੇ ਕਰਕੇ ਨਹੀਂ, ਕਿਸੇ ਨੇ ਛੱਡਣਾ ਹੀ ਨਹੀਂ ਇਹਨੂੰ। ਜੋ ਇਹਦੀ ਕਰਤੂਤਾਂ ਹੈਗੀਆਂ, ਜਿਸ ਢੰਗ ਦੇ ਨਾਲ ਇਹ ਚੁਣ ਕੇ ਵਿਰੋਧੀਆਂ ਦੇ ਉੱਤੇ ਪਰਚੇ ਦਰਜ ਕਰ ਰਿਹਾ, ਔਰਤਾਂ ਨੂੰ ਇੰਪਲੀਕੇਟ ਕਰ ਰਿਹਾ, ਜਿਹਦੀ ਵੀ ਸਰਕਾਰ ਬਣ ਗਈ, ਭਗਵੰਤ ਮਾਨ ਨੂੰ ਇਹਦਾ ਹਸ਼ਰ ਉਹੀ ਹੋਊਗਾ ਜਿਹੜਾ ਦੂਜਿਆਂ ਨਾਲ ਕਰ ਰਿਹਾ। ਔਰ ਮੈਂ ਅਫਸਰਾਂ ਨੂੰ ਵੀ ਕਿਹਾ ਵਾ, ਇਹਨਾਂ ਨੇ ਇੱਕ ਅਫਸਰ ਚੁਣਿਆ ਵਾ ਜਲੰਧਰ ਮੇਰੇ ਖਿਲਾਫ, DIG ਸਵਪਨ ਸ਼ਰਮਾ, ਜਿਹਦਾ ਆਪਣਾ ਟਰੈਕ ਰਿਕਾਰਡ ਬਦਨਾਮ ਆ। ਉਹਦੇ ਤੇ ਕਈ ਤਰ੍ਹਾਂ ਦੇ ਧੱਬੇ ਨੇ, ਕਈ ਤਰ੍ਹਾਂ ਦੀ ਕੰਪਲੇਂਟਸ ਆ। ਸਾਰਾ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਕਪੂਰਥਲਾ ਨੂੰ ਬਾਈਪਾਸ ਕਰਕੇ ਚੀਫ ਮਿਨਿਸਟਰ, ਸਿੱਧਾ DIG ਤੇ ਸਿੱਧਾ DSP ਭੁਲੱਥ ਤੇ ਜਿਹੜਾ ਕੋਈ ਉੱਥੇ ਸੁਖਰਿੰਦਰ ਸਿੰਘ ਆ, ਇਹ ਜ਼ਾਤੀ ਪਾਰਟੀ ਬਣ ਰਹੇ ਮੇਰੇ ਖਿਲਾਫ। 51 ਸਾਲ ਦਾ ਰਿਕਾਰਡ ਕੱਢ ਕੇ ਮੇਰੀ ਭੈਣ ਦੇ ਖਿਲਾਫ, ਅਗਰ ਮੈਂ ਸਵਪਨ ਨੂੰ ਤੇ ਉਹ ਮੁੰਡੇ DSP ਨੂੰ ਪੁੱਛਣਾ, ਜੇ ਤੁਹਾਡੀ ਭੈਣ ਦੇ ਖਿਲਾਫ ਅਸੀਂ ਪਰਚਾ ਦਰਜ ਕਰਾਈਏ ਕੱਲ੍ਹ ਨੂੰ, ਝੱਲ ਲਓਗੇ? ਅਸੀਂ ਤਾਂ ਝੱਲ ਜਾਵਾਂਗੇ, ਤੁਹਾਡੇ ਤੋਂ ਝੱਲ ਨਹੀਂ ਹੋਣਾ। ਤਾਂ ਕਰਕੇ ਅਸੀਂ ਜਵਾਬ ਦੇ ਰਹੇ ਹਾਂ। ਔਰ ਮੈਂ ਸਮਝਦਾ ਕਿ ਭਗਵੰਤ ਮਾਨ ਇੰਨਾ ਗਿਰ ਚੁੱਕਾ। ਮੈਂ ਹੁਣ ਇਹੀ ਕਹਿਣਾ ਚਾਹੁੰਦਾ ਕਿ ਜਿੰਨੀ ਤੇਰੇ 'ਚ ਹੁਣ ਵਾਹ ਹੈ ਲਾ ਲਈ, ਮੁੜ ਕੇ ਨਾ ਕਹੀਂ ਕਿ ਮੇਰੇ ਕੋਲ ਸੱਤਾ ਰਹੀ ਤਾਂ ਮੈਂ ਖੈਰੇ ਨੂੰ ਜੇਲ੍ਹ ਨਹੀਂ ਭੇਜ ਸਕਿਆ। ਅਸੀਂ ਜੇਲ੍ਹ ਜਾਣ ਤੋਂ ਡਰਦੇ ਨਹੀਂ, ਜੇਲ੍ਹਾਂ ਬੰਦਿਆਂ ਵਾਸਤੇ ਬਣੀਆਂ। ਕਈ ਵਾਰ ਗਏ ਨੇ ਮੇਰੇ ਪਿਤਾ ਜੀ, ਪੋਲੀਟੀਕਲ ਡਿਟੈਂਸ਼ਨਸ ਸਾਲਾਂ ਬੱਧੀ ਉਹਨਾਂ ਨੇ ਪੋਲੀਟੀਕਲ ਡਿਟੈਂਸ਼ਨਸ ਹੰਡਾਈਆਂ ਨੇ।
ਤਾਂ ਕਰਕੇ ਮੈਨੂੰ ਇਹ ਜਵਾਬ ਇਸ ਲੈਵਲ ਤੱਕ ਦੇਣਾ ਪਿਆ। ਇਹਨਾਂ ਨੇ ਔਰਤਾਂ ਨੂੰ ਵੀ ਪੁੱਛਣਾ ਪੈ ਰਿਹਾ ਵਾ। ਤੁਸੀਂ ਤੇ ਪੁਰਾਣੇ ਸਾਥੀ ਰਹੇ ਹੋ ਸੀਐਮ ਸਾਹਿਬ ਦੇ, ਇਕੱਠਿਆਂ ਨੇ ਕੰਮ ਵੀ ਕੀਤਾ। ਤੁਹਾਨੂੰ ਇਹ ਨਹੀਂ ਲੱਗਦਾ ਕਿ ਕਿਤੇ ਇਹ ਨਾ ਹੋਵੇ ਕਿ ਬਾਹਰੋਂ ਕੋਈ ਹੋਰ ਤਮਾਸ਼ਾ ਦੇਖ ਰਿਹਾ ਹੋਵੇ ਤੇ ਤੁਹਾਨੂੰ ਆਪਸ ਦੇ ਵਿੱਚ ਇੰਨਾ ਕੁ ਉਲਝਾ ਲਿਆ ਕਿ ਇੱਕ ਦੂਜੇ ਦੇ ਖਿਲਾਫ ਹੀ ਬੋਲੀ ਚੱਲੋ ਬੱਚੇ? ਇਹ ਤਾਂ ਫਿਰ ਭਗਵੰਤ ਮਾਨ ਨੂੰ ਅਕਲ ਚਾਹੀਦੀ ਆ ਕਿ ਮੈਂ ਇੱਕ ਆਪਣੇ ਕੁਲੀਗ ਮੇਰੇ ਨਾਲ ਕੰਮ ਕੀਤਾ, ਮੈਂ ਉਹਦਾ ਲੀਡਰ ਆਫ ਆਪੋਜੀਸ਼ਨ ਰਿਹਾ ਵਾਂ, ਮੈਂ ਉਸ ਪਾਰਟੀ ਦੇ ਵਿੱਚ ਰਿਹਾ ਕਿ ਮੈਂ ਕੋਈ ਕੰਮ ਕਰਨ ਲੱਗਿਆ ਵਾਂ, ਮੈਂ ਇਹਦਾ ਇੰਪੈਕਟ ਕੀ ਹੋਊਗਾ, ਇੱਕ ਔਰਤ ਦੇ ਖਿਲਾਫ FIR ਦਰਜ ਕਰਨ ਲੱਗਿਆ, ਇਹਦੇ ਰੈਮੀਫਿਕੇਸ਼ਨਸ ਕੀ ਹੋਣਗੇ, ਪਰਿਵਾਰ ਦੇ ਉੱਤੇ ਕੀ ਬੀਤੇਗੀ। ਕੱਲ ਨੂੰ ਇਹਨਾਂ ਦੀਆਂ ਮਾਵਾਂ ਭੈਣਾਂ ਨੂੰ ਜਦੋਂ ਇੰਪਲੀਕੇਟ ਕੀਤਾ, ਤੁਸੀਂ ਦੇਖੋ ਕਿੱਦਾਂ ਭੱਜਦੇ ਫਿਰਦੇ ਇਹ। ਸੋ ਇਸ ਕਰਕੇ ਇਹ ਭਗਵੰਤ ਮਾਨ ਦੀ ਆਪਣੀ ਅਕਲ ਚਾਹੀਦੀ ਸੀ। ਪਰ ਮੈਂ ਉਹ ਦੇਖ ਰਿਹਾ ਕਿ ਉਹ ਤਾਂ ਸੱਤਾ ਦੇ ਨਸ਼ੇ 'ਚ ਇੰਨਾ ਕੁ ਚੂਰ ਹੋ ਗਿਆ, ਉਹਨੂੰ ਤਾਂ ਮੈਨੂੰ ਲੱਗਦਾ ਜ਼ਮੀਨ ਤੇ ਪੈਰ ਹੀ ਨਹੀਂ ਲੱਗ ਰਹੇ ਹੈਗੇ। 2-4 ਅਫਸਰ ਕੀ ਸਲੂਟ ਮਾਰ ਦਿੰਦੇ, ਇਹਨੂੰ ਪੈਰ ਹੀ ਲੱਗਣੋਂ ਹਟ ਗਏ ਤੇ ਜ਼ਮੀਨ ਤੇ। ਪਰ ਉਹ ਤਾਂ ਬਾਕੀ ਵਿਧਾਇਕਾਂ ਨੂੰ ਸਮਝਾ ਰਿਹਾ, ਕਹਿੰਦੇ ਤੁਸੀਂ ਲੋਕਾਂ 'ਚ ਜਾਣਾ, ਲੋਕਾਂ 'ਚ ਵਿਚਰਨਾ। ਕਹਿੰਦੇ ਹੜ੍ਹ ਵਰਗੀ ਸਥਿਤੀ ਆਈ ਹੈ, ਸਾਰੇ ਪਾਣੀ 'ਚ ਗਏ ਆ, ਸਾਰਿਆਂ ਨੇ ਉੱਥੇ ਲੋਕਾਂ ਦੀ ਮਦਦ ਕੀਤੀ। ਪਾਣੀ 'ਚੋਂ ਉਹ ਤਾਂ ਫੋਟੋਆਂ ਖਿਚਾਉਣ ਗਏ ਸੀ, ਸਾਰੇ ਦੇਖ ਲਿਆ ਜੀ। ਜਿਹੜਾ ਇਹਨਾਂ ਦੇ MLA ਨਿੱਤ ਦਿਨ ਜਰਨਲਿਸਟਾਂ ਨੂੰ ਕੁੱਟਦੇ ਨੇ, ਪੁਲਿਸ ਵਾਲਿਆਂ ਨੂੰ ਗਾਲਾਂ ਕੱਢਦੇ, ਧੀ ਦੀਆਂ ਭੈਣ ਦੀਆਂ ਮੁੜ ਕੇ ਮੁੱਕਰ ਜਾਂਦੇ ਨੇ, ਉਹਨਾਂ ਦੇ ਖਿਲਾਫ ਕੌਣ ਐਕਸ਼ਨ ਲਊਗਾ? ਆ ਜਿਹੜਾ ਸੁਖਾਨੰਦ MLA ਆ ਬਾਗੇ ਪੁਰਾਣੇ ਦਾ, ਇਹ ਕਹਿੰਦਾ ਜੀ ਹੁਣ ਮੁੱਕਰ ਗਿਆ ਕਿ ਮੈਂ ਤਾਂ ਜਰਨਲਿਸਟ ਨੂੰ ਕੁਝ ਕਿਹਾ ਨਹੀਂ ਗਾ। ਤੇ ਇਹਦੇ ਆਫਿਸ ਵਿੱਚ CCTV ਲੱਗੇ ਹੋਏ ਨੇ। ਇੱਕ ਇੰਟਰਵਿਊ 'ਚ ਕਿਹਾ ਗਿਆ ਜੀ ਕਿ CCTV ਲੱਗੇ ਲੇਕਿਨ ਉਹ ਖਰਾਬ ਨੇ, ਵੀ CCTV ਠੀਕ ਕਰਾਉਣ ਨੂੰ ਕਿੰਨੀ ਕੁ ਦੇਰ ਲੱਗਦੀ। ਅਸਲ ਵਿੱਚ ਕਹਾਣੀ ਕੀ ਕਿ ਉਹ ਸਾਰਾ ਮੈਟਰ ਰਿਕਾਰਡਡ ਸੀਗਾ। ਇਹਨੇ CCTV ਜਾਣ ਕੇ ਉਹਦੀ DVR ਵਗੈਰਾ ਜਿਹੜੀ ਡਿਸਟਰੋਏ ਕਰਤੀ ਹੋਣੀ ਆ, ਸਬੂਤ ਮੁਕਾਇਆ ਵਾ। ਇੱਕ ਇੰਟਰਵਿਊ 'ਚ ਜਾ ਕੇ ਕਿਤੇ ਕਹਿ ਦਿੱਤਾ ਕਿ ਸਾਡੇ ਤਾਂ ਜੀ ਰੋਟੀ ਪਕਾਉਣ ਨੂੰ ਹੈ ਨਹੀਂ ਘਰਾਂ ਦੇ ਵਿੱਚ, ਤੇ ਅਸੀਂ CCTV 50-50 ਹਜ਼ਾਰ ਦੇ ਕਿੱਥੋਂ ਲਾ ਦੇਣ। ਝੂਠੇ ਬੰਦੇ ਨੇ ਯਾਰ। ਔਰ ਇਹਨਾਂ ਦੇ ਨਿੱਤ ਦਿਨ MLAs ਜਿਹੜੇ ਨੇ, ਉਹ ਲੋਕਾਂ 'ਚ ਜਾਣ ਵਾਲੀ ਕੀ ਗੱਲ ਉਹਦੇ 'ਚ ਰਹਿ ਗਈ ਹੈ ਜੀ? ਇਹ ਤਾਂ ਲੋਕਾਂ ਦੇ ਮਤਲਬ ਸਮਝਦਾ ਕਿ ਲੋਕਾਂ ਦੀ ਤੋਹੀਨ ਕਰਨ 'ਚ ਉਤਰੇ ਹੋਏ ਨੇ ਇਹਨਾਂ ਦਾ। ਔਰ ਮੈਂ ਸਮਝਦਾ ਕਿ ਇਹਨਾਂ ਨੂੰ ਐਂ ਲੱਗਣ ਲੱਗ ਗਿਆ ਕਿ ਮੌਕਾ ਇਹੀ ਆ, ਲੁੱਟ ਲੋ ਜੋ ਹੁੰਦਾ। ਇਹ ਤਾਂ ਪੰਜਾਬ ਨੂੰ ਲੁੱਟਣ ਤੇ ਲੱਗੇ ਹੋਏ ਦੋਨਾਂ ਹੱਥਾਂ ਦੇ ਨਾਲ। ਸਮਾਂ ਥੋੜਾ ਹੀ ਆਖਰੀ ਸਵਾਲ ਇਹ ਆ ਕਿ ਕਾਂਗਰਸ ਵੀ ਜਦੋਂ ਲੜਾਈ ਲੜਦੀ ਹੈ ਉਦੋਂ ਚਿਹਰਾ ਜਾਂ ਤਾਂ ਸੁਖਪਾਲ ਸਿੰਘ ਖਹਿਰਾ ਦਿਖਦੇ ਆ, ਜਾਂ ਪ੍ਰਤਾਪ ਸਿੰਘ ਬਾਜਵਾ, ਜਾਂ ਇੱਕ ਅੱਧਾ ਚਿਹਰਾ ਹੋਰ। ਇਕੱਠੇ ਹੋ ਕੇ ਕਦੇ ਲੜਾਈ ਨਜ਼ਰ ਹੀ ਨਹੀਂ ਆਈ ਆਪੋਜੀਸ਼ਨ ਦੀ, ਜਿਹਦੇ ਕਰਕੇ ਇਹ ਨਹੀਂ ਲੱਗਦਾ ਕਿ ਸਰਕਾਰ ਨੂੰ ਵੀ ਮੌਕਾ ਮਿਲਿਆ ਤੁਹਾਡੇ ਖਿਲਾਫ ਐਕਸ਼ਨ ਕਰਨ? ਨਹੀਂ, ਦੇਖੋ ਗੱਲ ਇਹ ਆ, ਸਾਡੀ ਸਾਰੀ ਪਾਰਟੀ ਇਕੱਠੀ, ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਸਾਰੇ ਲੀਡਰਸ ਕਈ ਵਾਰੀ ਬਿਜ਼ੀ ਹੁੰਦੇ। ਰਾਜਾ ਵੜਿੰਗ ਪਿਛਲੇ 10 ਦਿਨ ਤੋਂ ਪੰਜਾਬ ਦੇ ਫਲੱਡ ਇਫੈਕਟਡ ਟੂਰ ਦੇ ਉੱਤੇ ਆ। ਪ੍ਰਤਾਪ ਸਿੰਘ ਬਾਜਵਾ ਦਿੱਲੀ ਪਾਰਲੀਮੈਂਟ ਦਾ ਸੈਸ਼ਨ ਆ, ਉਹਨਾਂ ਦੀ ਅਪਾਇੰਟਮੈਂਟਸ ਪਹਿਲਾਂ ਸੀਗੀਆਂ। ਨਾਲੇ ਗੱਲ ਇਹ ਨਹੀਂ, ਗੱਲ ਰੋਜ਼ ਦਿਹਾੜੀ ਆਪਾਂ 10 ਬੰਦੇ ਬਿਠਾ ਕੇ ਗੱਲ ਕਰਾਂਗੇ ਤਾਂ ਉਹਦੇ 'ਚ ਜ਼ਿਆਦਾ ਇੰਪੈਕਟ ਹੈ। ਗੱਲ ਕੰਟੈਂਟ ਦੀ ਆ ਕਿ ਮੈਂ ਜੋ ਗੱਲ ਕਹਿ ਰਿਹਾ ਉਹਦੇ 'ਚ ਕਿੰਨਾ ਕੁ ਤੱਥ ਹੈਗੇ ਤੇ ਕਿੰਨੀ ਜਾਨ ਆ। ਗੱਲ ਸਵਾਲ ਮੁੱਦੇ ਦੀ ਆ, ਨਾ ਕਿ ਬੰਦਿਆਂ ਦੀ ਹੈਗੀ। ਬਿਲਕੁਲ। ਜੇ ਇਸ ਕੰਪਲੇਂਟ ਦੇ ਬਾਵਜੂਦ ਲੋਕਪਾਲ ਤੋਂ ਬਾਅਦ ਵੀ ਕੁਝ ਨਾ ਬਣ ਪਾਇਆ, ਆਊਟਪੁੱਟ ਨਾ ਨਿਕਲੀ ਜੋ ਤੁਸੀਂ ਚਾਹੁੰਦੇ ਹੋ, ਤੇ ਅਗਲਾ ਸਟੈਪ ਕੀ ਹੈ? ਫਿਰ ਆਪਾਂ ਦੇਖਾਂਗੇ, ਹਾਈ ਕੋਰਟ ਜਾ ਸਕਦੇ ਹਾਂ, ਹੋਰ ਅਸੀਂ ਮੂਵ ਕਰ ਸਕਦੇ ਹਾਂ ਅਪਰੋਪਰੀਏਟ ਅਥਾਰਟੀਜ਼। ਪਹਿਲਾਂ ਦੇਖਦੇ ਹਾਂ ਨਾ ਜੀ। ਪਹਿਲਾਂ ਲੋਕਪਾਲ ਕੋਠਿਆਂ ਤੇ ਚੜ੍ਹ ਕੇ ਰੌਲਾ ਪਾਉਂਦੇ ਸੀ। ਦੇਖੀਏ ਲੋਕਪਾਲ ਦੀ ਕਿੰਨਾ ਕੁ ਆਦਰ ਤੇ ਕਦਰ ਕਰਦੇ ਨੇ ਜੀ। ਬਹੁਤ ਸ਼ੁਕਰੀਆ, ਧੰਨਵਾਦ ਜੀ। ਇਹ ਸਨ ਸਾਡੇ ਨਾਲ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ, ਜਿਨ੍ਹਾਂ ਨੇ ਗੱਲਾਂ ਕਹੀਆਂ ਨੇ, ਔਰ ਖਾਸ ਕਰਕੇ ਆਪ ਮਿਨਿਸਟਰ ਦਾ ਬੇਸ਼ੱਕ ਨਾਮ ਨਸ਼ਰ ਅੱਜ ਨਹੀਂ ਕੀਤਾ, ਪਰ ਇਸ਼ਾਰੇ ਦੇ ਵਿੱਚ ਬਹੁਤ ਕੁਝ ਕਹਿ ਗਏ ਨੇ। ਹੁਣ ਸਰਕਾਰ ਦੇ ਉੱਤੇ ਨਿਰਭਰ ਕਰਦਾ ਹੈ ਕਿ ਉਸ ਮਿਨਿਸਟਰ ਦੇ ਖਿਲਾਫ ਜੇਕਰ ਵਾਕਈ ਕੋਈ ਗੜਬੜ ਕੀਤੀ ਹੈ, ਐਕਸ਼ਨ ਕਦੋਂ ਲਿਆ ਜਾਂਦਾ ਹੈ। ਫਿਲਹਾਲ ਇਸ ਮੁਲਾਕਾਤ ਚੈਨਈ, ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਚੰਡੀਗੜ੍ਹ।